ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਦਸ਼ਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਵੱਡੇ ਵੱਡੇ ਗ੍ਰੰਥ ਲਿਖੇ, 10ਵੇਂ ਗ੍ਰੰਥ ਲਿਖਿਆ, ਉੱਥੇ ਹੀ ਗਾਵ ਰਚਨਾ ਕੀਤੀਆਂ, ਬਹੁਤ ਅਜਾਇਬ ਬਚਨ ਕੀਤੇ ਸਨ ਜੋ ਆਉਣ ਵਾਲੇ ਭਵਿੱਖ ਬਾਰੇ ਦੱਸਦੇ ਹਨ। ਪਰ ਕੁਝ ਅਜਿਹੀਆਂ ਭਵਿੱਖਬਾਣੀਆਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਫਿਊਚਰ ਦੇ ਬਾਰੇ, ਭਵਿੱਖ ਦੇ ਬਾਰੇ ਕਰ ਦਿੱਤੀਆਂ ਸਨ। ਅਜਿਹੇ ਗ੍ਰੰਥ ਲਿਖ ਦਿੱਤੇ ਸਨ ਜੋ ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਉਸ ਦੇ ਵਿੱਚ ਬਹਿ ਗਏ। ਸ਼ਾਇਦ ਉਹ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਮੋਲ ਬਚਨ ਉਸ ਨਦੀ ਦੇ ਵਿੱਚ ਬਹਿ ਗਏ ਸਨ। ਪਰ ਫਿਰ ਵੀ ਕੁਝ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਬਚਨ ਜੋ ਉਹਨਾਂ ਨੇ ਭਵਿੱਖ ਦੇ ਬਾਰੇ ਲਿਖੇ ਸਨ, ਉਹਨਾਂ ਵਿੱਚੋਂ ਇੱਕ ਗ੍ਰੰਥ ਮਿਲਿਆ ਹੈ ਜਿਸ ਨੂੰ ਸਪੋਜ ਆਫ ਦਾ ਨਾਮ ਦਿੱਤਾ ਗਿਆ। ਉਸ ਵਿੱਚ 100 ਸਾਖੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਵਿੱਖ ਬਚਨ ਕੀਤੇ ਹਨ। ਬੜੀਆਂ ਹੀ ਅਨੋਖੀਆਂ ਗੱਲਾਂ ਕਹੀਆਂ ਨੇ। ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਦੇਖੀਆਂ ਹੋਣੀਆਂ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਕੀ ਆਖਦੇ ਨੇ ਉਸ ਦੇ ਬਾਰੇ ਸੁਣਿਆ ਹੋਵੇਗਾ। ਪਰ ਜੋ 100 ਸਾਖੀ ਮਿਲੀ ਆ ਉਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਕਿ ਗੁਰੂ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਇਹਨਾਂ ਬਾਰੇ ਭਵਿੱਖਬਾਣੀਆਂ ਕਰ ਦਿੱਤੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਵਿੱਖ ਬਚਨਾਂ ਬਾਰੇ ਗੱਲ ਕੀਤੀ ਹੈ ਕਿ ਭਾਰਤ ਔਰ ਪਾਕਿਸਤਾਨ ਦਾ ਯੁੱਧ ਹੋਵੇਗਾ ਔਰ ਭਾਰਤ ਦੇ ਵਿੱਚੋਂ ਪਾਕਿਸਤਾਨ ਨਿਕਲੇਗਾ। ਫਿਰ ਭਾਰਤ ਔਰ ਪਾਕਿਸਤਾਨ ਦੀ ਦੁਬਾਰਾ ਜੰਗ ਹੋਵੇਗੀ ਜਿਸ ਵਿੱਚ ਭਾਰਤ ਦੀ ਜਿੱਤ ਹੋਵੇਗੀ। ਇਸ ਦੇ ਨਾਲ ਹੀ ਕਲਗੀਧਰ ਪਿਤਾ ਜੀ ਨੇ ਇਹ ਵੀ ਦੱਸਿਆ ਕਿ ਇੱਕ ਵੱਖਰਾ ਮੁਲਕ ਜੋ ਕਿ ਬੰਗਲਾਦੇਸ਼ ਹੈ ਉਹ ਵੀ ਬਣੇਗਾ। ਉਹ ਦਰਬਾਰ ਸਾਹਿਬ ਦੇ ਵਿੱਚ ਇੱਕ ਸੂਰਬੀਰ ਯੋਧਾ ਜੋ ਸੰਤ ਭਿੰਡਰਾਂ ਵਾਲੇ ਸਨ ਉਹ ਵੀ ਆਵੇਗਾ ਔਰ ਹਿੰਦੂ ਹੁਕੂਮਤ ਸਮੇਂ ਦੀ ਜੋ ਕਾਂਗਰਸ ਦੀ ਸਰਕਾਰ ਸੀ ਉਹ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਵਾ ਕੇ ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਸੁਣ ਚੁੱਕੇ ਹਾਂ। ਜਾਣੀ ਕਿ ਹੁਣ ਆਖਦੇ ਨੇ ਕਿ ਇੱਥੇ ਬਹੁਤ ਕੁਝ ਦੇਖਣ ਨੂੰ ਮਿਲੇਗਾ। ਸੰਸਾਰ ਦੇ ਵਿੱਚ ਬਹੁਤ ਕੁਝ ਅਜਿਹਾ ਹੋਵੇਗਾ ਜਿਸ ਦੇ ਬਾਰੇ ਕਿਸੇ ਨੇ ਕਲਪਨਾ ਤੱਕ ਨਹੀਂ ਕੀਤੀ ਹੋਵੇਗੀ। ਇਸ ਸਾਖੀ ਦੇ ਵਿੱਚ, ਇਸ ਪੀੜ੍ਹੀ ਦੇ ਵਿੱਚ ਅਸੀਂ ਸੁਣਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਭਵਿੱਖ ਬਚਨ ਕੀਤੇ ਹਨ ਕਿ ਭਾਰਤ ਦਾ ਕਿਸ ਦੇ ਨਾਲ ਕਿਵੇਂ ਯੁੱਧ ਹੋਵੇਗਾ। ਯੁੱਧ ਵੀ ਅਜਿਹਾ ਹੋਵੇਗਾ ਜਿਸ ਵਿੱਚ 70 ਕਰੋੜ ਵਿੱਚੋਂ ਸਿਰਫ 17 ਕਰੋੜ ਹੀ ਸਿੱਖ ਔਰ ਵਾਸਤਵਿਕ ਲੋਕ ਜਿੰਦਾ ਰਹਿਣਗੇ, ਜਿਸ ਵਿੱਚ 70 ਲੱਖ ਹਿੰਦੂਆਂ ਦੇ ਮਨ ਦੀ ਗੱਲ ਕੀਤੀ ਗਈ ਹੈ। ਜੋ ਵੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਖੀ ਦੇ ਵਿੱਚ ਲਿਖਦੇ ਹਨ, ਆਓ ਸਰਵਣ ਕਰਦੇ ਹਾਂ ਤੇ ਨਾਲ ਉਸ ਦੀ ਵਿਆਖਿਆ ਵੀ ਕਰਾਂਗੇ ਕਿਵੇਂ ਕਿਵੇਂ ਯੁੱਧ ਹੋਣ ਵਾਲਾ ਆ। ਗੁਰੂ ਗੋਬਿੰਦ ਸਿੰਘ ਜੀ ਦੇ ਜੋ ਪਹਿਲੇ ਬਚਨ ਹਨ ਉਹ ਸਰਵਣ ਕਰਦੇ ਹਾਂ ਜੋ ਉਹਨਾਂ ਨੇ ਪਹਿਲਾਂ ਪਿਛਲੀ ਸਾਖੀ ਵਿੱਚ ਵੀ ਗਾਏ ਸਨ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਜਿਨ ਕੀ ਰਾਖਿਆ ਕਰਨੇ ਪੰਥ ਕਿਉ ਪ੍ਰਕਾਸ਼ ਓਟ ਤਕਾਵਣ ਜਾਵੇਗੇ ਸਿੰਘ ਉਹਨਾਂ ਦੇ ਪਾਸ ਤ੍ਰਿਪਤ ਮੁਲਕ ਕੀ ਜਾਨ ਕੇ ਖਾਵੇਗੇ। ਆਪ ਤਬੀ ਕਰੂਪ ਹੋਇਆ ਪਰਮਾਤਮਾ ਝਗੜਾ ਚਲੇ ਹਰਮੰਦਰ ਮੇ ਆਣ। ਮਹਾਰਾਜ ਕਹਿੰਦੇ ਹਨ ਕਿ ਅਜਿਹਾ ਭਾਣਾ ਵਰਤਿਆ ਕਿ ਹਰਮੰਦਰ ਸਾਹਿਬ ਦੇ ਵਿੱਚ ਝਗੜਾ ਹੋਵੇਗਾ, ਲੜਾਈ ਹੋਵੇਗੀ। ਇਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਬੇਗਾਨ ਬਹੁਤ ਮਰਨਗੇ ਸਿੰਘ ਗੁਰੂ ਕੀ ਸ਼ਾਨ। ਗੁਰੂ ਦੀ ਸ਼ਾਨ ਦੇ ਲਈ ਬਹੁਤ ਸਾਰੇ ਬੇਗਾਨੇ ਸਿੱਖ ਪੁੱਤ ਮਰ ਜਾਣਗੇ, ਸ਼ਹੀਦ ਹੋ ਜਾਣਗੇ। ਤभी ਇਹ ਖਾਲਸਾ ਪ੍ਰਗਟ ਹੋਏ ਕਿਲਾ ਬਣਾਵੇ ਹਰਮੰਦਰ ਕੋ ਆਣ। ਇਹ ਗੱਲ ਸੰਤ ਭਿੰਡਰਾਂ ਵਾਲਿਆਂ ਬਾਰੇ ਆਖੀ ਗਈ ਸੀ। ਇੱਕ ਲੜਾਈ ਹੋਈ ਸੀ, ਉਸ ਵਿੱਚ ਕਈ ਸਿੱਖ ਮਾਰੇ ਗਏ ਸਨ। ਉਸ ਤੋਂ ਬਾਅਦ ਹਰਮੰਦਰ ਸਾਹਿਬ ਵਿੱਚ ਇੱਕ ਸੰਤ ਭਿੰਡਰਾਂ ਵਾਲੇ ਨਾਮ ਦਾ ਸਿੰਘ ਆਵੇਗਾ। ਤभी ਇਹ ਖਾਲਸਾ ਪ੍ਰਗਟ ਹੋਏ, ਇਹ ਖਾਲਸਾ ਪ੍ਰਗਟ ਹੋਵੇਗਾ ਜੋ ਗੁਰੂ ਦਾ ਪੱਕਾ ਸਿੰਘ ਹੋਵੇਗਾ। ਕਿਲਾ ਬਣਾਵੇ ਹਰਮੰਦਰ ਕੋ ਆਣ ਔਰ ਹਰਮੰਦਰ ਸਾਹਿਬ ਨੇ ਕਿਲਾ ਬਣਾ ਕੇ ਵਿੱਚ ਅੱਗੇ ਗੁਰੂ ਸਾਹਿਬ ਲਿਖਦੇ ਹਨ ਕਿ ਰਾਜੀ ਚਲੀ ਰਣੀਕਾ ਫੌਜਾਂ ਚੜਾਏ ਹਰਮੰਦਰ ਮੇ ਆਣ। ਉਸ ਸਮੇਂ ਜੋ ਭਾਰਤ ਦੀ ਪ੍ਰਧਾਨ ਮੰਤਰੀ ਹੋਵੇਗੀ ਉਹ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਵਾਵੇਗੀ। ਇਸ ਦੇ ਬਾਰੇ ਵੀ ਗੁਰੂ ਸਾਹਿਬ ਨੇ ਸਭ ਕੁਝ ਪਹਿਲਾਂ ਹੀ ਲਿਖ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਭਵਿੱਖਬਾਣੀਆਂ ਕੀਤੀਆਂ ਜੋ ਅਸੀਂ ਪਹਿਲਾਂ ਹੀ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅਗਾਂਹ ਗੁਰੂ ਸਾਹਿਬ ਜੋ ਲਿਖਦੇ ਹਨ ਉਹ ਸਰਵਣ ਕਰਨਾ। ਡਟ ਜਾਵੇ ਖਾਲਸਾ ਘੋਰ ਵਿਪਤ ਕੇ ਬਾਅਦ ਖੁਆਰ ਹੋਵੇ ਸੋ ਮਿਲਣਗੇ ਸਿੱਖ ਬਿਪਤ ਮੇ ਆਣ। ਜੋ ਖਿੰਦੇ ਹੋਏ ਸਿੱਖ ਹੋਣਗੇ ਉਹ ਆਪਸ ਵਿੱਚ ਮਿਲ ਜਾਣਗੇ। ਤਿਵੇਂ ਮਾਝਾ ਮਾਲਵਾ ਦੁਆਬਾ ਦੁਖੀ ਹੋਏ ਸਭ ਗ੍ਰਾਮ। ਉਸ ਸਮੇਂ ਜੋ ਜਾਂ ਮਾਲਵਾ ਤੇ ਦੁਆਬਾ ਪੰਜਾਬ ਦੇ ਲੋਕਾਂ ਨੂੰ ਬਹੁਤ ਦੁਖੀ ਹੋਣਗੇ। ਖੰਡ ਖੰਡਾ ਚੜੇ ਤਬ ਅੰਮ੍ਰਿਤ ਪਟਿਆਲ ਕੇ ਧਾਮ ਤੋਂ ਵੱਖ-ਵੱਖ ਇਲਾਕਿਆਂ ਤੋਂ ਜੋ ਸਿੰਘ ਹੋਣਗੇ ਉਹ ਹਰਮੰਦਰ ਸਾਹਿਬ ਨੂੰ ਕੂਚ ਕਰਨਗੇ। ਕਵੀ ਸਿੰਘ ਫੌਜ ਚੜੇ ਅਟਾਰੀ ਮਿਆਨ ਔਰ ਉਸ ਸਮੇਂ ਇੱਕ ਸਿੰਘਾਂ ਦੀ ਫੌਜ ਅਟਾਰੀ ਤੇ ਆਵੇਗੀ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅੰਮ੍ਰਿਤਸਰ ਪਹੁੰਚ ਕਰ ਇਤਨਾ ਖੂਨ ਬਹਿ ਘੋੜੇ ਕਾ ਤੰਗ ਖੂਨ ਮੇ ਭਿੱਜ। ਘੋੜੇ ਦਾ ਉਹ ਵੀ ਖੂਨ ਭਿੱਜ ਜਾਵੇਗਾ। ਹੁਣ ਤੁਹਾਨੂੰ ਦੱਸਦੇ ਕਿ ਗੁਰੂ ਸਾਹਿਬ ਇਸ ਦੇ ਅੰਦਰ ਬਹੁਤ ਕੁਝ ਅਜਿਹਾ ਲਿਖ ਰਹੇ ਨੇ, ਬਹੁਤ ਕੁਝ ਅਜਿਹਾ ਫਰਮਾ ਰਹੇ ਨੇ ਜੋ ਸ਼ਾਇਦ ਸੱਚ ਹੋ ਚੁੱਕਿਆ ਤੇ ਜੋ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਹੋਵੇਗਾ। ਹੁਣ ਤੁਹਾਨੂੰ ਦੱਸਦੇ ਕਿ
ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਸਭ ਜਲੰਧਰ ਲੁਧਿਆਣੇ ਲੂਟ ਕਰ ਸ਼ਹਿਰ ਅੰਬਾਲਾ ਲੂਟ 2.5 ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ। ਇਹ ਵੀ ਇੱਕ ਜੰਗ ਦੀ ਗੱਲ ਕੀਤੀ ਹੈ। ਉਹ ਸਪਸ਼ਟ ਨਹੀਂ ਹੈ ਕਿ ਕਿਹੜੀ ਜੰਗ ਦੀ ਗੱਲ ਕੀਤੀ ਗਈ ਆ। ਉਸ ਸਮੇਂ 2.5 ਲੱਖ ਖਾਲਸਾ ਸ਼ਹੀਦ ਹੋਵੇਗਾ ਔਰ 70 ਲੱਖ ਹਿੰਦੂ ਮਰੇਗਾ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਉਹ ਬਣਾਉਂਦੇ ਹਨ ਤभी रूस चीन हिंद में चढ़ आवे उदो फिर रूस ते चीन एक होके हिंदू में चढ़ावे हिंदुस्तान दे उपर चढ़ाई करनगे हिंदुस्तान दे उपर युद्ध करन लई आउणगे। जी हाँ, गुरु साहब सब कुछ फरमाउंदे हन जिन्हां विचों सब कुछ सच होया है।